ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ। ਧੰਨ 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 ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ। ਧੰਨ 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 ਸਤਿਕਾਰਯੋਗ ਮਾਤਾ ਗੁਜਰੀ ਜੀ। ਤਿਨਾਂ ਦੀ ਮਹਾਨ ਸ਼ਹਾਦਤ ਨੂੰ ਨਤਮਸਤਕ ਹੋ ਰਹੀ, ਕੋਟि ਕੋਟि ਪ੍ਰਣਾਮ ਕਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਤੁਰਕੀ ਅਕਾਲੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਤਿਗੁਰੂ ਜੀ ਦੇ ਹਜ਼ੂਰੀ ਕੀਰਤਨੀਏ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਸ੍ਰੀ ਮੁਖਵਾਕ ਅੰਮ੍ਰਿਤ ਵੇਲੇ ਤਖਤਾਂ 'ਤੇ ਸੁਭਾਏਮਾਨ ਹੁੰਦਿਆਂ, ਪ੍ਰਕਾਸ਼ਮਾਨ ਹੁੰਦਿਆਂ, ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦਿਆਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਭਾਈ ਸਾਹਿਬ ਜੀ ਦੀ ਰਸਨਾ ਤੋਂ ਹੁਣੇ ਹੁਣੇ ਆਪ ਜੀ ਨੇ ਸਰਵਣ ਕੀਤੇ ਹਨ। जिस कुल जाति देश के बच्चे दे सकते हैं यों बलिदान, उनका वर्तमान चाहे कुछ भी हो भविष्य होगा महामहान। कलगीधर पातशाह जी महाराज जी दे साहिबजादे तिन्हां दा अज शहीदी दिहाड़ा है। कलगीधर स्वामी श्री गुरु गोबिंद सिंह साहिब जी महाराज सरसा नदी तो चमकौर साहब नूं चले गए। छोटे साहिबजादे और सत्कारयोग माता गुजरी जी दुन्ना सिंह हंडूरीए दे नाल सरसा नदी तो वखरे हो गए और गंगू ब्राह्मण तिन्हां नूं अपने नगर सहेड़ी लै गया। उस तो पहला कुम्मे माशकी ने माता जी और साहिबजादियां दी सेवा टहल कीती। सहेड़ी नगर विच गंगू ब्राह्मण दे घर पहुँचे। ये जाति करके भावें ब्राह्मण है पर ये कर्म चंडालां तो भी नीच हैं। उधर कलगीधर स्वामी जी चमकौर दा जंग लड़ के माछीवाड़े दे जंगलों चों हुंदियां उच दे पीर बन के दयानिध स्वामी जी रस्ते विच अनेकां नगरां थावां नूं पवित्र करदियां गुरुद्वारा आलमगीर साहब अस्थानां नूं पावन करदियां हेहर नगर दे विच उदासियां ते किरपा करदियां दयानिध स्वामी साहब सच्चे पातशाह जी महाराज रायकोट दे इलाके च पहुँचे ने। रायकोट दा चौधरी राय कला सतगुरां दे चरणां विच महाराज जी की सेवा लई हाज़र होया। गरीब नवाज साहब जी नूं बेनती कीती, सतगुरु जी मेरे प्रति आप जी कोई हुक्म करो, मैं आप जी की सेवा कर सकां। कलगीधर स्वामी जी ने बचन कीता, राय कला जी साढ़े छोटे साहिबजादे और सत्कारयोग माता जी की खबर साढ़े कोल हाले तक नहीं आई। तुसी किसे नौकर नूं भेज के साहिबजादियां की खबर मंगाओ। नूरे नाम का एक माही जो मझां चारदा सी
ਪੈਦਲ ਚੱਲਣ ਦੇ ਵਿੱਚ ਬੜਾ ਬਲਵਾਨ ਸੀ ਔਰ ਪੈਂਡਾ ਤੈਅ ਕਰਦਾ ਸੀ। ਨੂਰੇ ਮਾਹੀ ਨੂੰ ਖਬਰ ਲੈਣ ਵਾਸਤੇ ਸਰਹੰਦ ਭੇਜਿਆ। ਸਰਹੰਦ ਦੀ ਜ਼ਮੀਨ ਤੋਂ ਸਾਰੀ ਖਬਰ ਲੈ ਕੇ ਨੂਰਾ ਮਾਹੀ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੋਇਆ ਔਰ ਰੋ ਕੇ ਕਗਿਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਰਵਣ ਕਰਾਈ। ਇਹਨੇ ਦੱਸਿਆ ਕਿ ਮਹਾਰਾਜ ਆਪ ਜੀ ਦੇ ਘਰ ਦੇ ਵਿੱਚ ਰਸੋਈਏ ਦੀ ਡਿਊਟੀ ਕਰ ਚੁੱਕਿਆ। ਗੰਗੂ ਬਾਹਮਣ ਬੜਾ ਨੀਚ ਨਿਕਲਿਆ ਹੈ, ਸਾਹਿਬਜ਼ਾਦਿਆਂ ਨੂੰ ਆਪਣੇ ਨਗਰ ਸਹੇੜੀ ਲੈ ਗਿਆ। ਘਰ ਵਿੱਚ ਉਤਾਰਾ ਕਰਵਾਇਆ। ਮਾਤਾ ਜੀ ਦੇ ਪਾਸ ਕੁਝ ਸੋਨੇ ਦੀਆਂ ਸ਼ਰਫੀਆਂ ਦੀ ਇੱਕ ਥੈਲੀ ਵੇਖ ਕੇ ਲਾਲਚੀ ਹੋਇਆ। ਉਹ ਥੈਲੀ ਲੁਕਾ ਕੇ ਆਪ ਹੀ ਰੌਲਾ ਪਾਉਣ ਲੱਗ ਪਿਆ। ਮਾਤਾ ਜੀ ਨੇ ਕਿਹਾ, ਗੰਗੂ ਜੇ ਲੋੜ ਹੈ ਤਾਂ ਮੰਗ ਕੇ ਲੈ ਲੈ, ਰੌਲਾ ਕਿਉਂ ਪਾਉਂਦਾ ਹੈ? ਜਰਵਾਣਾ ਗੰਗੂ ਅੱਗੋਂ ਬੋਲਿਆ, ਨਾਲੇ ਮੈਂ ਸਰਕਾਰ ਦੇ ਬਾਗੀਆਂ ਨੂੰ ਆਪਣੇ ਕੋਲ ਪਨਾਹ ਦਿਆਂ ਤੇ ਨਾਲੇ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਾਓ। ਇਹਦਾ ਹਰਜਾਨਾ ਤੁਹਾਨੂੰ ਭੁਗਤਣਾ ਪਏਗਾ। ਪਾਪੀ ਗੰਗੂ ਨੇ ਮੋਰਿੰਡੇ ਦੇ ਰਹਿਣ ਵਾਲੇ 2 ਕੋਤਵਾਲ ਰੰਗੜ ਜਾਤੀ ਦੇ, ਇੱਕ ਦਾ ਨਾਮ ਜਾਨੀ ਖਾਂ ਤੇ ਦੂਜੇ ਦਾ ਨਾਮ ਮਾਨੀ ਖਾਂ, ਉਹਨਾਂ ਕੋਤਵਾਲਾਂ ਕੋਲ ਜਾ ਕੇ ਸ਼ਿਕਾਇਤ ਕੀਤੀ ਸਾਹਿਬਜ਼ਾਦਿਆਂ ਦੀ। ਇਹਨਾਂ ਗੁੱਜਰਾਂ ਤੇ ਰੰਗੜਾਂ ਦੇ ਨਾਲ ਗੁਰੂ ਖਾਲਸੇ ਦਾ ਜੰਗ ਯੁੱਧ ਰਿਹਾ। ਆਨੰਦਪੁਰ ਸਾਹਿਬ ਦੇ ਨੇੜੇ ਤੇੜੇ ਆਲਸੂਨ, ਬਜਰੂੜ ਨੂੰ, ਇਹ ਜਿਹੜੇ ਪਿੰਡ ਸਨ ਇਹਨਾਂ ਗੁੱਜਰਾਂ ਤੇ ਰੰਗੜਾਂ ਦੇ ਸਨ, ਜਿਹੜੇ ਸੰਗਤ ਨਾਲ ਵਧੀਕੀ ਕਰਦੇ ਸੀ। ਔਰ ਖਾਲਸੇ ਨੇ ਗੁਰੂ ਪਾਤਸ਼ਾਹ ਜੀ ਦੀ ਆਗਿਆ ਨਾਲ ਇਹਨਾਂ ਨੂੰ ਸੋਧਾ ਲਾਇਆ ਸੀ। ਜਾਨੀ ਖਾਂ ਤੇ ਮਾਨੀ ਖਾਂ ਦੋਵੇਂ ਰੰਗੜ ਨੇ। ਇਹਨਾਂ ਦੇ ਮਨ ਵਿੱਚ ਕੋਈ ਦਇਆ ਨਾਮ ਦੀ ਵਸਤ ਨਹੀਂ ਹੈ। ਸਾਹਿਬਜ਼ਾਦਿਆਂ ਨੂੰ ਬੇੜੀਆਂ ਪਾ ਕੇ, ਮਾਤਾ ਜੀ ਨੂੰ ਬੇੜੀਆਂ ਪਾ ਕੇ ਗ੍ਰਿਫਤਾਰ ਕੀਤਾ। ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਸਾਹਿਬਜ਼ਾਦਿਆਂ ਨੂੰ ਬੋਰੀਆਂ ਵਿੱਚ ਬੰਦ ਕਰਕੇ ਉੱਤੋਂ ਮੂੰਹ ਬੰਨ੍ਹ ਕੇ ਜਿਵੇਂ ਕੋਈ ਬੋਰੀ ਚੁੱਕ ਕੇ ਰੱਖੀ ਦੀ ਹੈ ਗੱਡੇ ਤੇ, ਇੱਦਾਂ ਰੱਖ ਲਿਆ। ਔਰ ਸਹੇੜੀ ਤੋਂ ਗ੍ਰਿਫਤਾਰ ਕਰਕੇ ਮੋਰਿੰਡੇ ਲੈ ਕੇ ਆਏ। ਕੋਤਵਾਲੀ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਜੀ ਨੂੰ ਨਜ਼ਰਬੰਦ ਕੀਤਾ ਗਿਆ। ਮੋਰਿੰਡੇ ਨਗਰ ਦੇ ਵਿੱਚ ਅੱਜ ਵੀ ਉਹ ਕੋਤਵਾਲੀ, ਉਹ ਜਗ੍ਹਾ, ਪੁਰਾਣਾ ਸਥਾਨ ਸੰਗਤਾਂ ਦਰਸ਼ਨ ਕਰਦੀਆਂ ਨੇ, ਜਿੱਥੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਜੀ ਨੂੰ ਰੱਖਿਆ ਗਿਆ। ਜਾਨੀ ਖਾਂ ਤੇ ਮਾਨੀ ਖਾਂ ਨੇ ਸੂਬੇ ਸਰਹੰਦ ਕੋਲ ਜਾ ਕੇ ਖਬਰ ਦਿੱਤੀ ਵਜੀਦੇ ਪਾਪੀ ਨੂੰ ਕਿ ਵਜ਼ੀਰ ਖਾਨ ਗੁਰੂ ਸਾਹਿਬ ਜੀ ਦੇ ਮਾਤਾ ਜੀ ਔਰ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਸਾਡੇ ਕੋਲ ਨੇ, ਦੱਸ ਤੇਰੀ ਕੀ ਆਗਿਆ ਹੈ? ਵਜ਼ੀਰ ਖਾਨ ਨੇ ਆਖਿਆ, ਉਹਨਾਂ ਨੂੰ ਲਿਆ ਕੇ ਮੇਰੇ ਕੋਲ ਪੇਸ਼ ਕਰੋ। 7 ਸਾਲ ਤੇ 9 ਸਾਲ ਦੇ ਬਾਲਕਾਂ ਦੇ ਸਰੀਰਾਂ ਤੇ ਜੰਜੀਰਾਂ ਪਾਈਆਂ ਹੋਈਆਂ ਨੇ। ਬੇੜੀਆਂ ਵਿੱਚ ਜਕੜ ਕੇ ਮਾਤਾ ਜੀ ਦੇ ਸਮੇਤ ਸਰਹੰਦ ਲਿਆਂਦਾ ਗਿਆ। ਮਲੇਛਾਂ ਨੇ ਬੇਰਹਿਮੀ ਦੀ ਬਿਰਤੀ ਨੂੰ ਰੱਖਦਿਆਂ ਹੋਇਆਂ ਸ਼ੀਤ ਲਹਿਰ ਜਿੱਥੇ ਚੱਲਦੀ ਹੈ ਹੱਡਾਂ ਨੂੰ ਚੀਰਦੀ ਹੋਈ, ਠੰਡੇ ਬੁਰਜ ਦੇ ਵਿੱਚ ਮਾਤਾ ਜੀ ਔਰ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ। ਕੜਾਕੇ ਦੀ ਇਸ ਸਰਦੀ ਵਿੱਚ ਆਪ ਜੀ ਵੇਖ ਰਹੇ ਹੋ, ਸਰੀਰ ਤੇ ਕੋਈ ਮੋਟਾ ਕੱਪੜਾ ਬਸਤਰ ਨਹੀਂ ਹਨ। ਠੰਡੇ ਬੁਰਜ ਦੇ ਵਿੱਚ ਜਿੱਥੇ ਗਰਮੀਆਂ ਦੇ ਦਿਨਾਂ ਵਿੱਚ ਵੀ ਹਵਾ ਠੰਡੀ ਸਰੀਰ ਨੂੰ ਲੱਗਦੀ ਹੈ, ਉੱਥੇ ਠੰਡੇ ਬੁਰਜ ਦੇ ਵਿੱਚ ਸਾਹਿਬਜ਼ਾਦੇ ਤੇ ਮਾਤਾ ਜੀ ਬੈਠੇ ਨੇ ਅਡੋਲ। ਔਰ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ
ਤਿਨਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਹਾਦਤ ਦਾ ਸਾਕਾ ਸਰਵਣ ਕਰਾਉਂਦੇ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਸਰਵਣ ਕਰਾਉਂਦੇ ਹਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਜੰਗਾਂ ਦੇ ਕਰਤੱਵ ਸਰਵਣ ਕਰਾਉਂਦੇ ਹਨ। ਭਾਈ ਸਾਹਿਬ ਭਾਈ ਦਿਆਲਾ ਜੀ, ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਦੀ ਸ਼ਹੀਦੀ ਸਰਵਣ ਕਰਾਉਂਦੇ ਹਨ। ਸਾਹਿਬਜ਼ਾਦੇ ਸ਼ਹੀਦੀਆਂ ਦੇ ਸਾਕੇ ਮਾਤਾ ਜੀ ਪਾਸੋਂ ਸੁਣਦੇ ਨੇ। ਹਿਰਦੇ ਵਿੱਚ ਦ੍ਰਿੜ ਨਿਸ਼ਚਾ ਹੈ ਆਪਣੇ ਧਰਮ ਤੋਂ, ਗੁਰੂ ਪਾਤਸ਼ਾਹ ਤੋਂ ਆਪਣਾ ਆਪਾ ਕੁਰਬਾਨ ਕਰ ਦੇਣ ਦਾ। ਰੰਚਕ ਭਰ ਵੀ ਮਨ ਵਿੱਚ ਡਾਵਾਂ ਡੋਲਤਾਈ ਦੀ ਬਿਰਤੀ ਨਹੀਂ ਹੈ। ਅਡੋਲ ਹਿਰਦਾ ਹੈ ਸਾਹਿਬਜ਼ਾਦਿਆਂ ਦਾ। ਮਾਤਾ ਜੀ ਪਾਸੋਂ ਵਾਰਤਾ ਸੁਣ ਰਹੇ ਨੇ। ਚਲਦੀ ਹੋਈ ਸ਼ੀਤ ਲਹਿਰ, ਠੰਡੀ ਹਵਾ ਤਨ ਨੂੰ ਚੀਰਦੀ ਹੈ, ਪਰ ਹਿਰਦੇ ਵਿੱਚ ਉਸੇ ਤਰ੍ਹਾਂ ਹਡੋਲ ਹਿਰਦਾ ਹੈ। ਪੋਖ ਤੁਖਾਰ ਨਾ ਵਿਆਪਈ ਵਾਲੀ ਖੇਡ ਬਣੀ ਹੋਈ ਹੈ। ਰਾਤ ਬੀਤੀ ਹੈ। ਅਗਲੇ ਦਿਨ ਸਾਹਿਬਜ਼ਾਦਿਆਂ ਦੀ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਪੇਸ਼ੀ ਹੈ। ਮਾਤਾ ਜੀ ਪਾਸੋਂ ਸਾਹਿਬਜ਼ਾਦਿਆਂ ਨੂੰ ਲੈ ਕੇ ਗਏ ਨੇ ਜਰਵਾਣੇ। ਦਰਵਾਜ਼ਾ ਲੱਗਾ ਹੋਇਆ ਸੂਬੇ ਸਰਹੰਦ ਦੀ ਕਚਹਿਰੀ ਦੇ ਕਿਲੇ ਦਾ। ਵੱਡਾ ਦਰਵਾਜ਼ਾ ਬੰਦ ਕਰਕੇ ਇੱਕ ਛੋਟੀ ਨਿੱਕੀ ਬਾਰੀ ਵਿੱਚੋਂ ਖੋਲ੍ਹੀ ਗਈ, ਖਿੜਕੀ ਖੋਲ੍ਹੀ ਗਈ। ਸਾਹਿਬਜ਼ਾਦਿਆਂ ਦੀ ਮਾਨਸਿਕਤਾ ਨੂੰ ਭਾਂਪਣ ਲਈ ਕਿ ਇਹਨਾਂ ਦੀ ਮਾਨਸਿਕਤਾ ਵਿੱਚ ਕੀ ਹੈ। ਵੇਖਦੇ ਹਾਂ ਇਹਨਾਂ ਦਾ ਨਜ਼ਰੀਆ ਕੀ ਹੈ, ਕੀ ਸੋਚਦੇ ਨੇ। 7 ਸਾਲ ਤੇ 9 ਸਾਲ ਦੀ ਉਮਰ ਵਿੱਚ ਸਾਹਿਬਜ਼ਾਦੇ ਜਦੋਂ ਉਸ ਵੱਡੇ ਦਰਵਾਜ਼ੇ ਕੋਲ ਆਏ ਨੇ, ਖਿੜਕੀ ਖੁੱਲ੍ਹੀ ਵੇਖੀ ਹੈ। ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਸਾਹਿਬ ਜੀ ਨੇ ਨੇਤਰਾਂ 'ਚ ਨੇਤਰ ਪਾ ਕੇ ਆਪਸ ਵਿੱਚ ਨੇਤਰਾਂ ਨਾਲ ਹੀ ਗੱਲਾਂ ਕੀਤੀਆਂ ਨੇ। ਸੀਸ ਨਹੀਂ ਝੁਕਾਇਆ, ਕਿਉਂਕਿ ਸਿਰ ਝੁਕਾ ਕੇ ਅੰਦਰ ਜਾਣਾ ਸੀ। ਪਹਿਲਾਂ ਆਪਣਾ ਚਰਨ, ਆਪਣੀ ਜੁੱਤੀ ਅੱਗੇ ਰੱਖੀ ਹੈ, ਫਿਰ ਉਸ ਖਿੜਕੀ ਦੇ ਵਿੱਚੋਂ ਦੀ ਅੰਦਰ ਲੰਘ ਕੇ ਗਏ ਨੇ। ਸਿਪਾਹੀ ਕੋਤਵਾਲ ਵੇਖ ਰਹੇ ਨੇ ਕਿ 7 ਸਾਲ ਤੇ 9 ਸਾਲ ਦੀ ਉਮਰ ਵਿੱਚ ਇਹਨਾਂ ਦੇ ਅੰਦਰ ਬੜੀ ਭਾਰੀ ਨਿਡਰਤਾ ਹੈ। ਇਹ ਝੁਕਣ ਵਾਲੇ ਨਹੀਂ ਹਨ। ਇਹਨਾਂ ਦੀ ਮਾਨਸਿਕਤਾ ਤੋਂ ਪ੍ਰਗਟ ਲੱਗ ਰਿਹਾ, ਪਰ ਪਤਾ ਲੱਗ ਰਿਹਾ ਹੈ ਕਿ ਇਹ ਕਦੇ ਸਾਡੀ ਈਨ ਨੂੰ ਨਹੀਂ ਮੰਨਣਗੇ। ਸੂਬੇ ਸਰਹੰਦ ਦੀ ਕਚਹਿਰੀ ਵਿੱਚ ਜਿਸ ਵੇਲੇ ਪੇਸ਼ ਕੀਤਾ ਗਿਆ, ਕਾਜੀ ਆਖਣ ਲੱਗੇ, ਬੱਚਿਓ ਇਹ ਸੂਬਾ ਸਰਹੰਦ ਵਜ਼ੀਰ ਖਾਨ ਹੈ, ਇਹਨਾਂ ਅੱਗੇ ਸੀਸ ਝੁਕਾ ਕੇ ਨਮਸਕਾਰ ਕਰੋ। ਸਾਹਿਬਜ਼ਾਦਿਆਂ ਨੇ ਜਾ ਕੇ ਗੱਜ ਕੇ ਫਤਿਹ ਗਜਾਈ। ਆਖਿਆ ਇਹ ਸੀਸ ਕੇਵਲ ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਝੁਕਦਾ। ਇਹ ਸੀਸ ਉਹਨਾਂ ਦਾ ਹੈ, ਇਹ ਸੀਸ ਸਾਡੇ ਨਹੀਂ। ਇਹ ਸੀਸ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦੇ ਹਨ, ਔਰ ਇਹ ਸੀਸ ਕੇਵਲ ਉਹਨਾਂ ਦੇ ਚਰਨਾਂ 'ਚ ਝੁਕਦੇ ਨੇ। ਬੜੇ ਹੈਰਾਨ ਸਨ ਕਾਜੀ ਵੇਖ ਕੇ। ਕਈ ਪ੍ਰਕਾਰ ਦੇ ਖੌਫ ਦਿੱਤੇ ਗਏ, ਡਰਾਵੇ ਦਿੱਤੇ ਗਏ, ਲਾਲਚ ਦਿੱਤੇ ਗਏ। ਆਖਿਆ ਗਿਆ ਕਿ ਤੁਹਾਡੇ ਪਿਤਾ ਜੀ ਦੇ ਸਮੇਤ, ਤੁਹਾਡੇ ਵੱਡੇ ਭਰਾਵਾਂ ਦੇ ਸਮੇਤ, ਤੁਹਾਡੇ ਪਿਤਾ ਜੀ ਦੇ ਜਿਤਨੇ ਸਿੰਘ ਸਨ ਉਹ ਅਸੀਂ ਚਮਕੌਰ ਦੀ ਗੜੀ ਵਿੱਚ ਮਾਰ ਕੇ ਮੁਕਾ ਦਿੱਤੇ ਨੇ। ਬਾਬਾ ਫਤਿਹ ਸਿੰਘ ਜੀ ਜਵਾਬ ਦਿੰਦੇ ਨੇ, ਕਹਿੰਦੇ ਐ ਸੂਬਾ ਸਰਹੰਦ, ਤੂੰ ਆਖੇਂ ਕਿ ਸੁਮੇਰ ਪਰਬਤ ਖੰਭ ਲਾ ਕੇ ਉੱਡ ਗਿਆ ਤਾਂ ਅਸੀਂ ਮੰਨ ਲਵਾਂਗੇ। ਤੂੰ ਆਖੇਂ ਕਿ ਸਮੁੰਦਰ ਦਾ ਪਾਣੀ ਸੁੱਕ ਗਿਆ, ਅਸੀਂ ਇਹ ਵੀ ਮੰਨ ਲਵਾਂਗੇ। ਤੂੰ ਆਖੇਂ ਕਿ ਬਨਸਪਤੀ ਵਿੱਚ ਜਿਤਨੇ ਦਰਖਤ ਨੇ, ਜਿਤਨੇ ਘਾਹ ਦੇ ਕਿਣਕੇ ਨੇ, ਤੂੰ ਉਹਨਾਂ ਦੀ ਗਿਣਤੀ ਕਰ ਲਈ ਹੈ, ਅਸੀਂ ਇਹ ਵੀ ਮੰਨ ਲਵਾਂਗੇ। ਤੂੰ ਆਖੇਂ ਕਿ ਤੂੰ ਆਕਾਸ਼ ਦੇ ਤਾਰੇ ਗਿਣ ਲਏ ਨੇ, ਅਸੀਂ ਉਹ ਵੀ ਮੰਨ ਲਵਾਂਗੇ।
पर जे तू ये आखें कि तू साडे पिता श्री गुरु गोबिंद सिंह साहब नूं मार दिता है, ये असीं कतई नहीं मन सकते, क्योंकि उन्हां नूं कोई नहीं मार सकता। वो ते काल दा भी काल महाकाल हन, काल दा भी काल महाकाल हन। बड़े हैरान सन सुन के, कैसी निडरता दे नाल जवाब दिंदे ने। आख्या तुहानू कतल कर दिता जाएगा, तुहाडे जेड़े सिर तुसी साडे अगे नहीं झुकाउंदे ये कट दिते जाणगे। ते अगों साहिबजादियां दा जवाब सी, सूबा सरहंद साडी बंस विच, जिस बंस विच असीं जन्मे हाँ, उस बंस विच मर्यादा ही ये चलती आई है कि सीस कट्टिया जाए पर धर्म ना जावे। सीस कट्टिया जावे पर धर्म ना जावे। सानू साडा धर्म प्यारा ते तुहानू तुहाडा धर्म प्यारा। ते नाले ये दसो, जेड़े मुसलमान धर्म कबूल कर लेंदे ने कि उन्हां दी मौत नहीं हुंदी, कि वो नहीं मरदे? जेड़े इस्लाम कबूल कर लेंदे कि मुसलमानां दी मौत नहीं हुंदी? जे मुसलमानां दी मौत नहीं हुंदी ते क्यों कब्रस्तान भरे पए ने मुर्दियां दियां लाशां नाल? जे मुसलमान हो के भी मर जाना ते फिर असीं अपने साहिब दी सिੱਖੀ नूं निभाउंदिआं क्यों ना मौत नूं प्रवान करिए? अपने स्वै धर्म दे विच परपक्क हो के क्यों ना शहादत प्राप्त करिए? ये गरजवी जवाब सन। विचारां हो रही ने किवें ईन मनाई जावे। शाम नूं मुड़ वापस ठंडे बुरज विच भेज दिता गया। उधर मोती राम नाम दा गुरु घर दा सिख, पता लगा साहिबजादियां नूं ठंडे बुरज विच रखिया। घर वाली दे कुछ गहने सन, लैके दुध गर्म कर कीता। सिपाहियां नूं गहणियां दा लालच दे करके साहिबजादियां ताईं दुध पिलाउण दी सेवा कीती। इहो जे भी गुरु के सिख सन, जिन्हां ने अपनी जिंदगी दी परवाह नहीं कीती। पता सी कि साहिबजादियां नूं दुध पिलाउण दा हरजाना सानू भुगतना पैना। जिहड़ा मलेच्छ इन्हां 7 साल ते 9 साल दे बालकां ते नहीं पिया तरस करदा, वो साडे ते की तरस करेगा? पर गुरु के सिखां ने अपना मरना कबूल कीता होया सी। जाणदे सन कि सिੱਖੀ दा महल उसारिया जा रहा है और उस सिੱਖੀ दे महल दियां नीहां विच सीस लेखे लगने ने। दुध पिलाउण दी सेवा कीती है। अगला दिन चढ़िया, दूसरे दिन फिर पेशी हुई। कई तरह के लालच डरावे फिर दिते गए। तसीहे देने शुरू किए ने। चाबका मार के साहिबजादियां दे तन की चमड़ी उधेड़ी जा रही है। सुलाखा गर्म करके दुन्ना सिंह हंडूरीए दे लिखण मुताबक, क्योंकि वो समकाली सी, कि साहिबजादियां दे शरीर दे उत्ते सुलाखा गर्म करके उन्हां दे तन की चमड़ी नूं जलाया जा रहा है। उल्टा लटका के कई प्रकार के तसीहे दिते जा रहे ने। बेसुध हो के डिगदे ने, होश विच आउंदे ने, फिर तसीहे दिते जांदे ने। आखिया हाले भी बन जाओ, पर उही जवाब सी बाबा जोरावर सिंह, बाबा फतेह सिंह साहब जी का, कि असीं अपना धर्म नहीं त्यागना, असीं अपना धर्म नहीं त्यागना। आख्या चलो जे तुहानू छड्ड दईए, तुहानू छड्ड दईए रहम करके, तां की करोगे? बाबा जोरावर सिंह साहब ते बाबा फतेह सिंह साहब ने जवाब दिता मुस्कुराउंदियां होइयां। आख्या सूबा सरहंद, पहली गल तुसी सानू छड्डना नहीं, असीं ये जाणदे हां, पर चलो जे तुसी कहंदे हो कि तुसी छड्ड दिओगे
ਤਾਂ ਅਸੀਂ ਜਾਵਾਂਗੇ ਆਪਣੇ ਪਿਤਾ ਜੀ ਵਾਂਗੂ ਫੌਜ ਇਕੱਠੀ ਕਰਾਂਗੇ। ਫੌਜ ਇਕੱਠੀ ਕਰਕੇ ਤੁਹਾਡੇ ਨਾਲ ਉਦੋਂ ਤੱਕ ਲੜਦੇ ਰਹਾਂਗੇ ਜਦੋਂ ਤੱਕ ਤੁਹਾਡੇ ਜਰਵਾਣਿਆਂ ਦੇ ਰਾਜ ਭਾਗ ਦੀ ਜੜ ਨੂੰ ਪੁੱਟ ਕੇ ਦੇਸ਼ ਆਜ਼ਾਦ ਨਹੀਂ ਕਰਾ ਲੈਂਦੇ, ਉਦੋਂ ਤੱਕ ਲੜਦੇ ਰਹਾਂਗੇ। ਕੋਲ ਝੂਠਾ ਆਨੰਦ ਖੜਾ ਸੀ, ਨਾ ਇਹਦਾ ਸੁੱਚਾ ਆਨੰਦ ਸੀ, ਪਰ ਸੁੱਚਿਆਂ ਵਾਲੀ ਕੋਈ ਗੱਲ ਨਹੀਂ ਸੀ ਇਹਦੇ ਕੋਲ। ਸਾਰੇ ਸੰਸਾਰ ਦੀ ਝੂਠ ਸੀ ਇਹ ਝੂਠਾ ਆਨੰਦ। ਕੋਲੋਂ ਬੋਲਿਆ, ਕਹਿੰਦਾ ਵੇਖੋ ਜੀ ਜੰਮਦੀਆਂ ਸੂਲਾਂ ਦੇ ਮੂੰਹ ਕਿੰਨੇ ਤਿੱਖੇ ਨੇ, ਸੱਪ ਦੇ ਸਪੋਲੀਏ ਨੇ, ਇਹ ਸੱਪ ਦੇ ਸਪੋਲੀਏ ਨੇ। ਇਹ ਝੂਠਾ ਆਨੰਦ ਆਪਣਾ ਵੈਰ ਕੱਢਦਾ ਸੀ, ਕਿਉਂਕਿ ਇਹਦੀ ਲੜਕੀ ਦਾ ਰਿਸ਼ਤਾ ਬਾਬਾ ਅਜੀਤ ਸਿੰਘ ਸਾਹਿਬ ਜੀ ਲਈ ਇਹਨੇ ਭੇਜਿਆ ਤੇ ਗੁਰੂਦੇਵ ਨੇ ਉਹ ਰਿਸ਼ਤਾ ਮੋੜ ਦਿੱਤਾ ਸੀ। ਆਖਿਆ ਸੀ ਸਾਡੇ ਪੁੱਤਰਾਂ ਨੇ ਜਿਹੜੀਆਂ ਲਾੜੀਆਂ ਵਿਆਹੁਣੀਆਂ ਨੇ ਉਹ ਮੌਤ ਰੂਪੀ ਲਾੜੀ ਹੈ, ਪਰ ਇਸ ਮਲੇਛ ਨੇ ਉਹ ਵੈਰ ਆਪਣੇ ਹਿਰਦੇ 'ਚ ਰੱਖਿਆ। ਕਹਿੰਦਾ ਜੀ ਵੇਖੋ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਨੇ, ਇਹ ਸੱਪ ਦੇ ਸਪੋਲੀਏ ਨੇ। ਕਾਜੀ ਸਾਹਿਬ ਕੀ ਕਹਿੰਦੀ ਹੈ ਸਾਡੀ ਸ਼ਰ੍ਹਾ ਦੀ ਕਿਤਾਬ, ਇਹਨਾਂ ਲਈ ਕੀ ਸਜ਼ਾ ਹੋਵੇ? ਕਾਜੀ ਨੇ ਆਖਿਆ ਜੀ 7 ਸਾਲ ਤੇ 9 ਸਾਲ ਦੇ ਬੱਚਿਆਂ ਲਈ ਕੋਈ ਸਜ਼ਾ ਨਹੀਂ। ਕਹਿੰਦੇ ਜੀ ਸੱਪ ਦੇ ਸਪੋਲੀਆਂ ਲਈ ਕੀ ਸਜ਼ਾ? ਕਹਿੰਦੇ ਜੀ ਸੱਪ ਦੇ ਸਪੋਲੀਆਂ ਲਈ ਸਜ਼ਾ ਹੈ ਵੀ ਉਹਨਾਂ ਦੀਆਂ ਜੰਮਦਿਆਂ ਦੀਆਂ ਸਿਰੀਆਂ ਮਿਧ ਦੇਣੀਆਂ ਚਾਹੀਦੀਆਂ ਨੇ। ਕਹਿੰਦਾ ਫਿਰ ਇਹ ਵੀ ਸਪੋਲੀਏ ਨੇ। ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕਿਹਾ, ਤੇਰਾ ਭਰਾ ਇਹਨਾਂ ਦੇ ਪਿਤਾ ਨੇ ਜੰਗ ਦੇ ਮੈਦਾਨ ਵਿੱਚ ਮਾਰਿਆ, ਤੂੰ ਲੈ ਜਾ ਇਹਨਾਂ ਨੂੰ ਔਰ ਇਹਨਾਂ ਨੂੰ ਮਾਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਲੈ। ਪਰ ਉਹ ਸੂਰਮਾ ਸੀ, ਉਹਨੇ ਆਖਿਆ ਇਹਨਾਂ ਦੇ ਪਿਤਾ ਨੇ ਜੰਗ ਦੇ ਮੈਦਾਨ 'ਚ ਮੇਰੇ ਭਰਾ ਨੂੰ ਮਾਰਿਆ ਤੇ ਮੈਂ ਜੰਗ ਦੇ ਮੈਦਾਨ ਵਿੱਚ ਹੀ ਲੜ ਕੇ ਉਹਨਾਂ ਕੋਲੋਂ ਬਦਲਾ ਲਵਾਂਗਾ। ਇਹ ਸ਼ੀਰ ਖੋਰੇ ਦੁੱਧ ਦੇ ਦੰਦ ਨਹੀਂ ਜਿਨ੍ਹਾਂ ਬੱਚਿਆਂ ਦੇ ਟੁੱਟੇ, ਮੈਂ ਉਹਨਾਂ ਨੂੰ ਮਾਰ ਕੇ ਏਡਾ ਵੱਡਾ ਜ਼ੁਲਮ ਨਹੀਂ ਕਰਨਾ ਚਾਹੁੰਦਾ। ਇਹਨਾਂ ਦਾ ਕੀ ਕਸੂਰ ਹੈ? ਵਜ਼ੀਰ ਖਾਨ ਤੂੰ ਇਹ ਠੀਕ ਨਹੀਂ ਪਿਆ ਕਰਦਾ, ਇਹ ਗਲਤ ਹੈ। ਸਮਾਣੇ ਦੇ ਰਹਿਣ ਵਾਲੇ ਜਲਾਦਾਂ ਨੂੰ ਹੁਕਮ ਹੋਇਆ, ਇਹ ਸੈਯਦ ਸਨ, ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਇਹਨਾਂ ਦਾ ਨਾਂ ਆਉਂਦਾ ਇਤਿਹਾਸ ਵਿੱਚ, ਕਿ ਤੁਸੀਂ ਇਹਨਾਂ ਬੱਚਿਆਂ ਨੂੰ ਸ਼ਹੀਦ ਕਰਨਾ ਹੈ। ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਕੀਤਾ ਗਿਆ। ਜਿਸ ਵੇਲੇ ਨੀਹਾਂ 'ਚ ਚਿਣਿਆ ਜਾ ਰਿਹਾ ਹੈ, ਜਰਵਾਣੇ ਕਸਾਈ ਬਿਰਤੀ ਰੱਖ ਕੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਦੇ ਨੇ। ਗੋਡਿਆਂ ਤੱਕ ਦੀਵਾਰ ਆਈ ਹੈ, ਇੱਟ ਭੰਨਣ ਦੀ ਬਜਾਏ ਸਾਹਿਬਜ਼ਾਦਿਆਂ ਦੀਆਂ ਗੋਡਿਆਂ ਦੀਆਂ ਚੱਪੜੀਆਂ ਭੰਨ ਦਿੱਤੀਆਂ। ਪਰ ਧੰਨ ਗੁਰੂ ਕੇ ਲਾਲ ਅਡੋਲ ਬਿਰਤੀ, ਆਖਿਆ ਚੰਗਾ ਕੀਤਾ, ਇਹ ਸਿੱਖੀ ਦੇ ਮਹੱਲ ਦੀ ਦੀਵਾਰ ਉਸਰ ਰਹੀ ਹੈ, ਚੰਗਾ ਕੀਤਾ ਤੂੰ ਇੱਟ ਨਹੀਂ ਤੋੜੀ, ਕਿਉਂਕਿ ਟੁੱਟੀ ਇੱਟ ਇਸ ਮਹੱਲ ਦੀ ਨੀਂਹ ਵਿੱਚ ਅਸੀਂ ਲਾਉਣਾ ਵੀ ਨਹੀਂ ਸੀ ਚਾਹੁੰਦੇ। ਜਿਸ ਵਕਤ ਨੀਹਾਂ ਉਸਰ ਕੇ ਸਾਹਿਬਜ਼ਾਦਿਆਂ ਦੇ ਸੀਸ ਤੱਕ ਪਹੁੰਚੀਆਂ, ਦਮ ਘੁੱਟਿਆ, ਬੇਹੋਸ਼ੀ ਦੀ ਹਾਲਤ ਵਿੱਚ ਚਲੇ ਗਏ, ਤਾਂ ਉਸ ਵੇਲੇ ਉਹ ਨੀਹਾਂ ਦੀ ਦੀਵਾਰ ਟੁੱਟ ਕੇ ਇੱਕ ਵਾਰੀ ਖਿੰਡ ਗਈ। ਸਾਹਿਬਜ਼ਾਦੇ ਕੁਝ ਸਮੇਂ ਲਈ ਬੇਹੋਸ਼ੀ ਦੇ ਆਲਮ 'ਚ ਰਹੇ। ਹੋਸ਼ ਵਿੱਚ ਆਏ ਇਹਨਾਂ ਨੇ ਜਦੋਂ ਤੇ ਜਲ ਦਾ ਤਰੋਂਕਾ ਦਿੱਤਾ, ਫਿਰ ਕੰਨ 'ਚ ਜਾ ਕੇ ਕਹਿੰਦੇ ਨੇ, ਹਾਲੇ ਵੀ ਵੇਲਾ ਹੈ, ਬਾਦਸ਼ਾਹ ਦੀ ਕਈ ਸੂਬੇ ਸਰਹੰਦ ਦੀ ਕਹੀ ਹੋਈ ਕਹਿਵਤ ਨੂੰ ਮੰਨ ਲਓ, ਇਸਲਾਮ ਕਬੂਲ ਕਰ ਲਓ। ਉਸ ਹਾਲਾਤ ਦੇ ਵਿੱਚ ਵੀ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਜਵਾਬ ਦਿੰਦੇ ਨੇ, ਹਮਰਾ ਬੰਸ ਰੀਤ ਯਹ ਆਈ, ਸੀਸ ਜਾਏ ਪਰ ਧਰਮ ਨਾ ਜਾਈ। ਸਾਡੇ ਬੰਸ ਵਿੱਚ ਮਰਿਆਦਾ ਚੱਲਦੀ ਆਈ ਹੈ, ਸੀਸ ਚਲਾ ਜਾਏ
पर अपना धर्म नहीं त्यागना। यही जवाब सी। आखिर शासल बेग ते बाशल बेग ने साहिबजादियां दी छाती उत्ते अपना गोडा रख के छुरी चला के साहिबजादियां दे सीस उन्हां दे धड़ तो वखरे कीते। धन गुरु के लाल जिन्हां ने बड़ी निडरता ते सूरमताई दी बिरती विच शहादत दा जाम प्राप्त कीता। कलगीधर स्वामी पुछदे ने, नूरिया किते बाबा फतेह सिंह साहब दे सीस ते जदों छुरी चली सी जां साहिबजादा जोरावर सिंह साहब दी गर्दन ते छुरी चली सी जां उन्हां नूं तसीहे दिते गए सन कि उस वेले उन्हां अपनी रसना तो सी तां नहीं कही, किते अपनी रसना तो सी तां हाय तां नहीं उचारी? आख्या ना पातशाह, उन्होंने अपने दादा जी वांगों अडोलता दे नाल शहादत दा जाम प्राप्त कीता ते पढ़ रहे सन, सीस दिया पर सिर ना दिया, और कह रहे सन कि सीस दे दिता पर अपने मुखों सी नहीं उचारी। धर्म हेत साका जिन किया, सीस दिया पर सिर ना दिया, ए साधन हेत इति जिन करी, सीस दिया पर सी ना उचरी। इहो जी अवस्था विच साहिबजादियां ने शहादत प्राप्त की है। महाराज जी पुछदे है, नूरिया मलेर कोटले दे नवाब तो बिना किसी होर भी उत्थे हा दा नारा मारिया? आख्या ना महाराज, किसी होर ने उत्थे हा दा नारा नहीं मारिया। किन्ने घर ने उत्थे सिखां दे सरहंद शहर विच? आख्या जी 1400 घर सन सिखां दे। महाराज जी कहंदे कोई नहीं आया, वो सरहंद उजड़ जाएगी, ओदी इट नाल इट मेरा खालसा लड़ खड़काएगा। और बचन कीता, काई दा बूटा महाराज जी कुरेद रहे सन अपने तीर दी मुखी नाल। जिवें जिवें नूरा सुणाउंदा तिवें तिवें महाराज जी काई दे बूटे नूं कुरेदी जांदे ने। सुणदियां सुणदियां जदों कहा कि साहिबजादे शहीद हो गए ने कलगीधर स्वामी जी, तां उस वक्त गरीबन बाग साहब सच्ची पातशाह ने काई दा बूटा जड़ तो पुटदियां होयां तीर दी मुखी दे नाल अपने मुखों बचन कीता, अब ते जड़ तुरकन की गई, एक मलेरियन की बच रही। कि अज तो बाद तुरकां दी जड़ पुट्टी गई है, एक मलेर कोटले दे नवाब दी जड़ रह गई है। अज पंजाब दी धरती ते मलेर कोटले दे इलाके विच मुसलमानां वीरां दी गिणती घुक वसदी है, ये कलगीधर दे बचना करके। खालसे नाल मलेर कोटले दे नवाबां दा जंग रहा है, पर कदे खालसे ने मलेर कोटले ते हमला नहीं कीता। वड्डे घल्लू घारे दे दौरान इन्हां ने अबदाली दी मदद कीती सी, पर ਸਿੰਘਾਂ ने पलटवां जवाब देंदियां कदे मलेर कोटले ते हमला नहीं कीता। गुरु कलगीधर पातशाह दे बचनां दी पालना कीती। उधर सत्कारयोग माता गुजरी जी दे पास खबर पहुंची कि साहिबजादे शहादत दा जाम प्राप्त कर गए ने। धन सन माता गुजरी जी, जिन्हां बाबत कलगीधर स्वामी जी लिखते ने, तात मात मुर अलख आराधा, बहुविध योग साधना साधा। योग की उस महान अवस्था नूं चंगी तरह माता जी जानते सन। योग की प्रक्रिया द्वारा अपने श्वास ब्रह्मरंधर द्वारा बाहर कढ़े ने और शहादत का जाम प्राप्त कर गए माता गुजरी जी। दीवान टोडरमल गुरु घर के सेवक ने भाई मीहा साहब जी तो गुरु की सिक्खी का रंग दीवान टोडरमल जी नूं लगा। भाई मीहा साहब वो गुरु के लाल ने जिन्होंने तमतान साहब महाराज जी ने भाई मीहे का खिताब दिता। दखणी बैल नगारा दे के गुरसिੱਖੀ के प्रचार प्रसार लिए भेजिया। उन्हां दी संगत करके दीवान टोडरमल जी नूं गुरु की सिੱਖੀ का रंग लगा। दीवान टोडरमल जी ने उस वक्त साहिबजादियां दे पावन शरीर जो थल्ले वगदी हुई नहर के किनारे ते सुट दिते गए सन, जिथे अजकल गुरुद्वारा बिबानगढ़ साहिब है। माता जी का पावन शरीर भी सारी रात उत्थे पिया रहा। आ जिहड़ी अज दी रात लंघनी है, आउणी है। और इतिहासकार कहते हैं भी कुछ बब्बर शेर, 2 शेर
ਸਾਰੀ ਰਾਤ ਸਾਹਿਬਜ਼ਾਦਿਆਂ ਦੇ ਸਰੀਰ ਦੇ ਪਹਿਰੇ ਤੇ ਉੱਥੇ ਰਹੇ ਹਨ। ਅਗਲੇ ਦਿਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਾਲੀ ਜਗ੍ਹਾ ਦੀਵਾਨ ਟੋਡਰਮਲ ਸਾਹਿਬ ਜੀ ਨੇ ਸੋਨੇ ਦੀਆਂ ਸ਼ਰਫੀਆਂ ਵਿਛਾ ਕੇ ਖਰੀਦੀ। ਕੈਸਾ ਆਲਮ ਸੀ ਕਿ ਸਰੀਰ ਦੇ ਅੰਤਮ ਸੰਸਕਾਰ ਵਾਸਤੇ ਭੋਏ ਵੀ ਜ਼ਮੀਨ ਵੀ ਨਹੀਂ ਸੀ ਦਿੱਤੀ ਜਾ ਰਹੀ। ਪਰ ਧੰਨ ਗੁਰੂ ਕੇ ਲਾਲ ਦੀਵਾਨ ਟੋਡਰਮਲ ਜੀ ਨੇ ਆਪਣਾ ਸਾਰਾ ਕੁਝ ਵੇਚ ਕੇ, ਸਾਰਾ ਕੁਝ ਕੁਰਬਾਨ ਕਰਕੇ ਉਹ ਜਗ੍ਹਾ ਮੁੱਲ ਖਰੀਦ ਕੇ ਸਾਹਿਬਜ਼ਾਦਿਆਂ ਦੇ ਪਾਵਨ ਸਰੀਰ ਔਰ ਸਤਿਕਾਰਯੋਗ ਮਾਤਾ ਗੁਜਰੀ ਜੀ ਦਾ ਅੰਤਮ ਸੰਸਕਾਰ ਆਪਣੇ ਹੱਥੀਂ ਕੀਤਾ। ਔਰ ਕਲਗੀਆਂ ਵਾਲੇ ਪਾਤਸ਼ਾਹ ਦੇ ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਇਕਮਿਕ ਹੋ ਗਏ। ਗੁਰਦੇਵ ਦੇ ਸਾਹਿਬਜ਼ਾਦਿਆਂ ਦੀ ਇਸ ਮਹਾਨ ਸ਼ਹਾਦਤ ਨੂੰ, ਸਤਿਕਾਰਯੋਗ ਮਾਤਾ ਗੁਜਰੀ ਜੀ ਦੀ ਇਸ ਮਹਾਨ ਸ਼ਹਾਦਤ ਨੂੰ ਕੋਟि ਕੋਟि ਪ੍ਰਣਾਮ ਤੇ ਨਮਸਕਾਰ ਹੈ। ਜਿਨ੍ਹਾਂ ਨੇ ਆਪਣਾ ਸਵੈ ਧਰਮ ਨਹੀਂ ਤਿਆਗਿਆ ਔਰ ਆਪਣੇ ਹਿਰਦੇ ਵਿੱਚ ਇਹੀ ਬਿਰਤੀ ਰੱਖੀ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਸਿੱਖੀ ਸਿਦਕ ਨਾ ਜਾਵੇ। ਧੰਨ ਸਾਹਿਬਜ਼ਾਦੇ, ਧੰਨ ਗੁਰੂ ਕੇ ਲਾਲ, ਤਿਨਾਂ ਦੇ ਚਰਨਾਂ ਵਿੱਚ ਬਾਰੰਬਾਰ ਵੰਦਨਾ ਨਮਸਕਾਰ ਹੈ।